रोल है, मां का बहुत बड़ा अहम रोल है। अज जिहड़ा दिन है ना 5 अगस्त, अज दे दिन सिख कौम दे महान सेवादार, महान सेवक भगत पूर्ण सिंह दा गुरमुखो अज जिहड़े दिन वो शरीर उन्होंने छड्डिया सी, वो अज 5 अगस्त दा सी 1992। 5 अगस्त 1992 ਨੂੰ ਭਗਤ ਪੂਰਨ ਸਿੰਘ ਦਾ अंतिम दिन सी। आ दिन ਨੂੰ शरीर ਛੱਡਿਆ ਸੀ ਉਹਨਾਂ ਨੇ। ਅੱਜ ਦੇ ਦਿਨ ਉਹਨਾਂ ਨੇ ਚਲਾਣੇ ਕੀਤਾ ਸੀ ਸੇਵਾ ਕਰਦਿਆਂ ਹੋਇਆਂ। ਤੇ ਭਗਤ ਪੂਰਨ ਸਿੰਘ ਇਹਨਾਂ ਦੇ ਜੀਵਨ ਬਾਰੇ ਮੈਂ ਕੁਝ ਵਿਚਾਰਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਬਹੁਤ ਸਾਰੇ ਐਸੇ ਗੁਰਮੁਖ ਵੀਰ ਹੁੰਦੇ ਨੇ, ਕਈ ਐਸੀਆਂ ਭੈਣਾਂ ਹੁੰਦੀਆਂ ਜਿਨ੍ਹਾਂ ਨੇ ਭਗਤ ਪੂਰਨ ਸਿੰਘ ਦਾ ਕਦੇ ਵੀ ਜੀਵਨ ਵਿਚਾਰ ਕੇ ਨਹੀਂ ਵੇਖਿਆ, ਕਦੇ ਵੀ ਪੜ੍ਹ ਕੇ ਨਹੀਂ ਵੇਖਿਆ। ਭਗਤ ਜੀ ਦਾ ਜਿਹੜਾ ਭਗਤ ਪੂਰਨ ਸਿੰਘ ਜੀ ਦਾ ਜਨਮ ਨਗਰ ਹੈ ਉਹ ਰਾਜੇਆਣਾ ਪਿੰਡ ਹੈ। ਇਧਰ ਆਪਣਾ ਰਾਜੇਵਾਲ ਪਿੰਡ ਖੰਨੇ ਦੇ ਲਾਗੇ, ਉੱਥੋਂ ਦਾ ਜਨਮ ਸੀ। ਪਹਿਲਾਂ ਦਾ ਸਮਾਂ ਇਦਾਂ ਦਾ ਸੀ, ਬੱਚੀਆਂ ਨੂੰ ਛੋਟਿਆਂ ਨੂੰ ਬਚਪਨ 'ਚ ਹੀ ਵਿਆਹ ਕਰ ਦਿੱਤੇ ਜਾਂਦੇ ਸੀ, ਬਚਪਨ ਦੇ ਵਿੱਚ। ਤੇ ਪਹਿਲਾਂ ਦਾ ਜਿਹੜਾ ਸਮਾਂ ਇਦਾਂ ਦਾ ਸੀ, ਇੱਕ ਵਾਰੀ ਸਿਸਟਮ ਵੀ ਇਹ ਚੱਲ ਪਿਆ ਸੀ ਕਿ ਬੱਚੀ ਨੂੰ ਆਪਣਾ ਵਰ ਆਪ ਚੁਣਨ ਦੀ ਖੁੱਲ੍ਹ ਦੇ ਦਿੱਤੀ ਗਈ ਸੀ। ਪੁਰਾਣੀ ਪਿਛਲੀ ਗੱਲ ਕਰ ਰਹੇ ਹਾਂ, ਜਿਵੇਂ ਦ੍ਰੋਪਦੀ ਨੇ 5 ਪਤੀ ਚੁਣੇ ਸੀ, ਵੇਖ ਲਓ 5 ਪਤੀਆਂ ਨਾਲ ਵਿਆਹ ਕਰਾਇਆ ਦ੍ਰੋਪਦੀ ਨੇ, 5 ਪਾਂਡਵਾਂ। ਇਹਨੂੰ ਕਹਿੰਦੇ ਸੀ ਸਵੈਮਵਰ, ਆਪਣਾ ਪਤੀ ਆਪ ਚੁਣਨਾ, ਆਪਣਾ ਵਰ ਆਪਣਾ ਜੀਵਨ ਸਾਥੀ ਦੀ ਚੋਣ ਆਪ ਕਰਨੀ, ਇਹਨੂੰ ਕਹਿੰਦੇ ਸੀ ਸਵੈਮਵਰ। ਸਵੈਮਵਰ ਦਾ ਅਰਥ ਕੀ ਹੈ? ਸਵੈਮ ਵਰ, ਆਪਣਾ ਵਰ ਸਵੈਮ ਆਪ ਚੁਣਨਾ। ਇਹ ਪ੍ਰਥਾ ਚੱਲੀ ਸੀ ਭਾਰਤ ਦੀ ਧਰਤੀ ਤੇ, ਆਪਣਾ ਵਰ ਆਪ ਚੁਣਨ ਦੀ। ਤੇ ਜਦੋਂ ਵੇਖਿਆ ਸਿਆਣਿਆਂ ਨੇ ਵੀ ਇਹ ਕਈ ਵਾਰੀ ਬੱਚੀਆਂ, ਹੁਣ ਨਿਆਣੇ ਹੁੰਦੇ ਆ ਬੱਚੇ, ਪਤਾ ਨਹੀਂ ਹੁੰਦਾ ਵੀ ਕਿਵੇਂ ਫੈਸਲਾ ਲੈਣਾ ਹੈ। ਐਡਾ ਵੱਡਾ ਫੈਸਲਾ ਜੀਵਨ ਸਾਥੀ ਚੁਣਨਾ ਹੈ, ਸਾਰੀ ਉਮਰ ਦਾ ਹੈ, ਸਾਰੀ ਉਮਰ ਜਿਹਦੇ ਨਾਲ ਜ਼ਿੰਦਗੀ ਨਿਭਾਉਣੀ ਹੈ। ਜੇ ਇਹ ਫੈਸਲਾ ਗਲਤ ਲੈ ਲਿਆ ਗਿਆ ਤੇ ਸਾਰੀ ਉਮਰ ਪਛਤਾਉਂਦਾ ਹੈ ਬੰਦਾ, ਸਾਰੀ ਉਮਰ ਪਛਤਾਵਾ। ਕਈ ਬੱਚੀਆਂ, ਕਈ ਭੈਣਾਂ ਨੇ ਇਹ ਫੈਸਲੇ ਗਲਤ ਲੈ ਲਏ ਤੇ ਫਿਰ ਸਿਆਣਿਆਂ ਨੇ ਉਸ ਵੇਲੇ ਵਿਚਾਰ ਕੀਤੀ ਵੀ ਆਪਾਂ ਇਹ ਪ੍ਰਥਾ ਬੰਦ ਕਰ ਦਈਏ, ਇਹ ਬੰਦ ਕਰ ਦਿੱਤੀ ਜਾਏ। ਵੀ ਮਾਤਾ ਪਿਤਾ ਜਿਹੜੀ ਬੱਚੀ ਵਾਸਤੇ ਚੰਗਾ ਵਰ ਲੱਭ ਸਕਦੇ ਆ ਨਾ, ਉਹ ਆਪਣੀ ਮਰਜ਼ੀ ਨਾਲ ਨਹੀਂ ਲੱਭ ਸਕਦੇ। ਤੇ ਤੁਸੀਂ ਵੀ ਵੇਖਿਆ ਹੋਵੇਗਾ ਆਪਣੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਆਪਣੇ ਆਸੇ-ਪਾਸੇ ਇਦਾਂ ਦੇ ਕਈ ਆਪਾਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਇਆ, ਸ਼ਾਦੀ ਕਰਾਈ ਆਪਣੀ ਮਰਜ਼ੀ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਜਿਨ੍ਹਾਂ ਨੇ ਵਿਆਹ ਕਰਾਇਆ। ਤੇ 98% ਉਹ ਭੈਣਾਂ ਵਿਆਹ ਤੋਂ ਬਾਅਦ ਰੋਂਦੀਆਂ ਵੇਖੀਆਂ, 98%, ਕਿਉਂਕਿ ਨਾ ਮਾਪਿਆਂ ਜੋਗੀਆਂ ਰਹੀਆਂ, ਆਉਣ ਜੋਗੀ, ਮਾਪਿਆਂ ਦੀ ਆਗਿਆ ਤੋਂ ਬਾਹਰ ਜਾ ਕੇ ਵਿਆਹ ਕਰਾਇਆ। ਮਾਤਾ ਪਿਤਾ ਖੁਸ਼ ਨਹੀਂ ਸੀ ਇਸ ਗੱਲ ਤੇ, ਪਰ ਉੱਪਰ ਦੀ ਹੋ ਕੇ ਕਦਮ ਚੁੱਕਿਆ ਤੇ ਬਾਅਦ ਵਿੱਚ ਨਾ ਪੇਕਿਆਂ ਜੋਗੀ ਤੇ ਨਾ ਸਹੁਰੇ ਪਰਿਵਾਰ ਜੋਗੀ, ਸਦਾ ਲਈ ਗੁਲਾਮ ਬਣ ਗਏ। ਵੀ ਬਾਅਦ ਵਿੱਚ ਸਾਡੇ ਖੁਦ ਅੱਖਾਂ ਨਾਲ ਵੇਖਣ ਦੀ ਇਹ ਗੱਲ ਹੈ। ਸਾਡੇ ਇੱਕ ਇਧਰ ਪਿੰਡ ਵਿੱਚ ਵੀ ਨਸ਼ੇੜੀ ਨਾਲ ਵਿਆਹ ਕਰਾ ਲਿਆ, ਪੈਂਟਾਂ ਪੁੰਡਾਂ ਦੀਆਂ ਵੇਖ ਕੇ ਵੀ ਬੜੀ ਟੌਰ ਕੱਢ ਕੇ ਰੱਖਦਾ, ਬੜੀ ਟੌਰ ਹੈ। ਉਦੋਂ ਨਹੀਂ ਪਤਾ ਹੁੰਦਾ, ਵਿਆਹ ਕਰਾ ਲਿਆ, 4 ਸਾਲਾਂ ਬਾਅਦ ਹੀ 2 ਮੇਰਾ ਖਿਆਲ ਹੈ ਬੱਚੇ ਹੋ ਗਏ, ਤੇ 4 ਸਾਲਾਂ ਬਾਅਦ ਹੀ ਉਹ ਨਸ਼ੇੜੀ ਚੜਾਈ ਕਰ ਗਿਆ। ਤੇ ਮਾਪਿਆਂ ਨੇ ਤਾਂ ਕਹਿ ਕੇ ਉਦੋਂ ਹੀ ਕਹਿਤਾ ਸੀ ਵੀ ਘਰੇ ਨਾ ਵੜੀ, ਤੂੰ ਮੁੜ ਕੇ ਘਰੇ ਨਾ ਆਈ। ਇਹ ਤੇ ਫਲਾ ਕਰੋ ਆਵਾਜ਼ ਦਾ, ਕੀ ਰੁੱਖੀ ਜੀ ਬੜਾ ਸੈੱਟ ਕਰਾ ਦਿਓ, ਉਹ ਨੇੜੇ ਕਰਾ ਦਿਓ ਬਕਸਾ ਬਣਾ। ਉਹ ਹੁਣ ਮਾਪਿਆਂ ਨੇ ਤਾਂ ਕਹਿ ਦਿੱਤਾ ਸੀ ਵੀ ਘਰੇ ਨਾ ਬੜੀ। ਜਦੋਂ ਨਸ਼ੇੜੀ ਮਰ ਗਿਆ 4 ਸਾਲਾਂ ਬਾਅਦ, 4 ਸਾਲਾਂ ਬਾਅਦ ਚੜਾਈ ਕਰ ਗਿਆ, ਮਰ ਗਿਆ। ਉਸ ਤੋਂ ਬਾਅਦ ਹੁਣ ਰੋਂਦੀ ਰਹਿੰਦੀ ਹੈ, ਹੁਣ ਬਿਲਕਦੀ, ਛੋਟੇ ਛੋਟੇ ਬੱਚੇ, ਕੋਈ ਨਹੀਂ ਪੁੱਛਦਾ। ਫਿਰ ਇਦਾਂ ਦੇ ਕਈ ਫੈਸਲੇ ਜਦੋਂ ਗਲਤ ਲਏ ਜਾਂਦੇ ਆ ਨਾ ਜ਼ਿੰਦਗੀ ਵਿੱਚ,
ਬਾਅਦ ਵਿੱਚ ਪਛਤਾਉਣਾ ਪੈਂਦਾ। ਫਿਰ ਉਹ ਸਿਆਣਿਆਂ ਨੇ ਵੇਖਿਆ ਵੀ ਇਹ ਤੇ ਗਲਤ ਫੈਸਲੇ ਕਈ ਵਾਰੀ ਬੱਚੇ ਲੈ ਲੈਂਦੇ ਨੇ, ਤੇ ਇਹ ਪ੍ਰਥਾ ਬੰਦ ਕਰ ਦਿੱਤੀ ਸੀ ਵੀ ਮਾਪੇ ਹੀ ਆਪਣੀ ਬੱਚੀ ਦਾ ਵਿਆਹ ਕਰਿਆ ਕਰਨਗੇ ਆਪਣੀ ਮਰਜ਼ੀ ਦੇ ਨਾਲ, ਚੰਗਾ ਘਰ ਲੱਭ ਕੇ। ਫਿਰ ਇਦਾਂ ਹੀ ਹੁੰਦਾ ਸੀ, ਅੱਜ ਵੀ ਇਦਾਂ ਹੀ ਹੁੰਦਾ ਹੈ। ਪਰ ਮਾਫ ਕਰਿਓ, ਅੱਜ ਵੀ ਕਿਤੇ ਨਾ ਕਿਤੇ ਉਹੀ ਪ੍ਰਥਾ ਫੇਰ ਆਪਣੇ ਵਿੱਚ ਘਰ ਕਰਦੀ ਜਾ ਰਹੀ ਹੈ। ਫਿਰ ਉਹੀ ਪ੍ਰਥਾ ਸਵੈੰਬਰ, ਆਪਣਾ ਵਾਰ ਆਪ ਚੁਣਨ ਵਾਲੀ। ਪਰ ਮੈਂ ਬੇਨਤੀ ਕਰਾਂਗਾ ਭੈਣਾਂ ਨੂੰ ਵੀ, ਕਿਉਂਕਿ ਤੁਹਾਡਾ ਵੀਰ ਆ ਤੇ ਵੀਰ ਦਾ ਫਰਜ਼ ਹੁੰਦਾ ਭੈਣਾਂ ਨੂੰ ਗੱਲ ਕਹਿ ਸਕਦਾ, ਭਰਾਵਾਂ ਦਾ ਫਰਜ਼ ਹੁੰਦਾ ਨਾ। ਭਰਾ ਵੇਖੋ, ਅੱਜ ਹੁਣ ਭੈਣਾਂ ਨੂੰ ਪਤਾ ਵੀ ਰੱਖੜੀ ਆਉਣ ਵਾਲੀ ਹੈ। ਰੱਖੜੀ ਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ, ਰੱਖੜੀ ਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ। ਕੱਚੇ ਧਾਗੇ ਨੇ ਬੰਨੇ ਹੋਏ ਗੁੱਟ ਤੇ, ਉਹ ਤੇ ਤੁਸੀਂ 2-4 ਦਿਨਾਂ ਬਾਅਦ 5-7 ਦਿਨਾਂ ਬਾਅਦ ਲਾ ਦਿੱਤਾ ਜਾਂਦਾ ਹੈ। ਉਹਨੇ ਰੱਖਿਆ ਨਹੀਂ ਕਰਨੀ, ਧਾਗਾ ਰੱਖਿਆ ਨਹੀਂ ਕਰਦਾ। ਰੱਖਿਆ ਕੌਣ ਕਰਦਾ? ਰਾਖਾ ਏਕ ਹਮਾਰਾ ਸੁਆਮੀ, ਤਿਸ ਕੀ ਸ਼ਰਣੀ ਪਰਮ ਨਾ ਜਿਸ ਜੀਵ ਡਵਰ ਨਾ ਕੋਏ, ਜਿਸ ਸਿਮਰਤ ਕੀ ਸ਼ਰਣੀ ਪਰਮ ਨਾ ਜਿਸ ਜੀਵ ਡਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ। ਰਾਖਾ ਪਰਮਾਤਮਾ ਹੈ, ਮਨੁੱਖ ਕਿਸੇ ਦਾ ਰਾਖਾ ਨਹੀਂ ਹੈ। ਅਸੀਂ ਕਿਸੇ ਦੇ ਬੋਡੀਗਾਰਡ ਨਹੀਂ, ਸਾਡਾ ਰੱਖਿਅਕ ਪਰਮਾਤਮਾ ਹੀ ਹੈ। ਸਾਡੀ ਰਾਖੀ ਉਹੀ ਕਰਦਾ ਹੈ। ਤੇ ਫਿਰ ਆਪਾਂ ਇਨ੍ਹਾਂ ਮਨਮਤੀ ਤਿਉਹਾਰਾਂ ਦੇ ਵਿੱਚ ਉਲਝੀਏ ਨਾ, ਉਲਝਣਾ ਨਹੀਂ ਇਹਨਾਂ ਦੇ ਵਿੱਚ। ਗੁਰਸਿੱਖ ਨੇ ਨਹੀਂ ਮੰਨਣੇ ਇਹ ਤਿਉਹਾਰ। ਤੇ ਇਹੀ ਬੇਨਤੀ ਹੈ ਵੀ ਭੈਣੋ, ਮਾਪੇ ਤੁਹਾਨੂੰ ਵੇਖੋ ਕਿੰਨੇ ਚਾਅ ਨਾਲ ਪੜਾਉਂਦੇ ਆ। ਅੱਜ ਦਾ ਸਮਾਂ ਜਿਹੜਾ ਹੈ, ਮਨੁੱਖ ਦੀ ਇਹ ਸੋਚ ਹੈ, ਲੋਕ ਇਹ ਸੋਚਦੇ ਆ, ਕਈ ਇਦਾਂ ਦੀ ਸੋਚ ਵਾਲੇ ਗੁਰਮੁਖ ਪਿਆਰੇ ਨੇ ਵੀ ਮੈਂ ਆਪਣੇ ਪੁੱਤਰ ਤੇ ਧੀ ਦੇ ਵਿੱਚ ਕੋਈ ਫਰਕ ਨਹੀਂ ਕਰਨਾ। ਇਦਾਂ ਦੇ ਸੂਝਵਾਨ ਸੱਜਣ ਹੈਗੇ ਆ ਪਿੰਡਾਂ 'ਚ, ਬੜੇ ਇਦਾਂ ਦੇ ਵੀ ਜਿਨ੍ਹਾਂ ਨੇ ਬੱਚੀਆਂ ਦੀ ਵੀ ਲੋਹੜੀ ਵੰਡੀ ਹੈ। ਸਮਾਜ ਮੁੰਡਿਆਂ ਦੀ ਲੋਹੜੀ ਵੰਡਦਾ ਹੈ, ਉਹਨਾਂ ਨੇ ਲੜਕੀਆਂ ਧੀਆਂ ਦੀ ਲੋਹੜੀ ਵੰਡੀ। ਲੋਕੀ ਪੁੱਤਰ ਦੇ ਜੰਮਣ ਤੇ ਨਿੰਮ ਬੰਨ੍ਹਦੇ ਆ। ਇਹ ਰਸਮਾਂ ਦਾ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਵੀ ਗੁਰਮਤਿ ਨਾਲ ਕੋਈ ਸੰਬੰਧ ਨਹੀਂ। ਇਹ ਸਾਡੇ ਸਮਾਜ ਵਿੱਚ ਜੋ ਹੋ ਰਿਹਾ, ਮੈਂ ਉਹ ਸ਼ੀਸ਼ਾ ਤੁਹਾਡੇ ਸਾਹਮਣੇ ਰੱਖ ਰਿਹਾ। ਕੋਈ ਗੱਲ ਮੈਂ ਕੋਲੋਂ ਲਾ ਕੇ ਨਹੀਂ ਕਹਾਂਗਾ, ਜੋ ਹੋ ਰਿਹਾ ਉਹੀ ਬੇਨਤੀ ਕਰ ਰਿਹਾ। ਲੜਕੇ ਦੇ ਜੰਮਣ ਤੇ ਨਿੰਮ ਬੰਨੀਦਾ ਹੈ। ਤੇ ਕਈ ਐਸੇ ਵੀ ਨੇ, ਉਹਨਾਂ ਨੇ ਸਮਾਜ ਦੇ ਲੋਕਾਂ ਨੂੰ ਦੱਸਣ ਵਾਸਤੇ ਵੀ ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਉਹਨਾਂ ਨੇ ਧੀ ਦੇ ਜੰਮਣ ਤੇ ਵੀ ਨਿੰਮ ਬੰਨਿਆ। ਪਰ ਕਈ ਸੌੜੀ ਸੋਚ ਦੇ ਬੰਦੇ ਵੀ ਹੈਗੇ, ਘਟੀਆ ਸੋਚ ਦੇ, ਅਤ ਦਰਜੇ ਦੀ ਘਟੀਆ ਸੋਚ, ਨੀਚ ਸੋਚ ਕਹਿ ਦਈਏ। ਉਹ ਕਿਹੜੇ ਆ? ਜਿਹੜੇ ਪਹਿਲਾਂ ਹੀ ਕਹਿ ਦਿੰਦੇ ਸੀ ਦਾਈ ਨੂੰ ਵੀ ਜੇ ਤਾਂ ਲੜਕਾ ਹੋ ਗਿਆ ਫਿਰ ਤੇ ਬਾਹਰ ਆ ਕੇ ਇਨਾਮ ਲੈ ਲਈ, ਫਿਰ ਤੇ ਤੈਨੂੰ ਅਸੀਂ ਇਨਾਮ ਦੇਾਂਗੇ। ਜੇ ਲੜਕੀ ਹੋ ਗਈ ਤੇ ਬਾਹਰ ਆ ਕੇ ਦੱਸਣ ਨਾ ਹੀ, ਉਹਦੀ ਗਲਾ ਘੁੱਟਦੀ, ਉਹਦਾ ਉੱਥੇ ਹੀ ਦੱਸਣ ਨਾ ਹੀ, ਸਾਨੂੰ ਉੱਥੇ ਹੀ ਮਾਰਦੀ। ਤੇ ਜਿਹੜੇ ਇਦਾਂ ਨਹੀਂ ਸੀ ਕਰਦੇ, ਉਹ ਬੀਬੀਆਂ ਹੁਣ ਘਰ ਦੇ ਵਿੱਚ ਕਈ ਪੱਥਰ ਜੰਮ ਪਿਆ, ਪੱਥਰ ਆ ਗਿਆ। ਔਰਤ ਹੀ ਔਰਤ ਨੂੰ ਪੱਥਰ ਦੱਸਦੀ ਹੈ, ਔਰਤ ਹੀ ਔਰਤ ਨੂੰ ਪੱਥਰ ਦੱਸਦੀ ਹੈ। ਇਹ ਪੱਥਰ ਜੰਮ ਪਿਆ, ਸਾਡੇ ਪੱਥਰ ਆ ਗਿਆ। ਉਹ ਕੀ ਕਰਦੇ ਸੀ ਫਿਰ? ਬੱਚੀ ਨੂੰ ਨਵਾਉਣ ਦੇ ਬਹਾਨੇ ਬੱਠਲ ਵਿੱਚ ਡੋਬ ਕੇ ਮਾਰ ਦਿੱਤਾ ਜਾਂਦਾ, ਜਾਂ ਉਹਦੇ ਮੂੰਹ ਵਿੱਚ ਫੀਮ ਪਾ ਦਿੱਤੀ ਜਾਂਦੀ ਹੈ। ਫੀਮ ਨਸ਼ਾ ਜਿਹੜਾ ਲੋਕੀ ਕਰਦੇ ਆ, ਅਫੀਮ ਖਵਾ ਕੇ ਬੱਚੀ ਨੂੰ ਮਾਰ ਦਿੱਤਾ ਜਾਂਦਾ ਸੀ। ਇਦਾਂ ਦੇ ਕਈ ਤਰੀਕੇ, ਜਿਵੇਂ ਘੜੇ 'ਚ ਪਾ ਕੇ ਦੱਬਣਾ, ਪੂਣੀਆਂ ਰੱਖ ਦੇਣੀਆਂ, ਗੁੜ ਦੀ ਭੇਲੀ ਰੱਖ ਦੇਣੀ, ਗੁੜ ਖਾਈ ਪੂਣੀ ਕੱਤੀ, ਆਪ ਨਾ ਆਈ ਵੀਰ ਨੂੰ ਕੱਤੀ, ਇਦਾਂ ਕਹਿ ਕੇ ਜਿਉਂਦੀਆਂ ਨੂੰ ਦੱਬਿਆ ਜਾਂਦਾ ਸੀ ਘੜਿਆਂ 'ਚ। ਇਹ ਤੇ ਸ਼ੁਕਰ ਕਰੇ, ਹਰ ਮਾਪਿਆਂ ਦੀ ਇਹ ਇੱਛਾ ਹੁੰਦੀ ਹੈ। ਤੇ ਇਹ ਜਿਹੜੀ ਮੈਂ ਭਗਤ ਪੂਰਨ ਸਿੰਘ ਦੀ ਮਾਤਾ ਦੀ ਗੱਲ ਕਰ ਰਿਹਾ, ਮਹਿਤਾਬ ਕੌਰ ਨਾਮ ਸੀ, ਮਹਿਤਾਬ ਕੌਰ। ਇੱਕ ਮਹਿਤਾਬ ਸਿੰਘ ਹੈ ਸਿੱਖ ਕੌਮ ਦੇ ਵਿੱਚ, ਮਹਿਤਾਬ ਸਿੰਘ ਮੀਰ ਕੋਟੀਆ, ਜਿਨੇ ਭਾਈ ਸੁੱਖਾ ਸਿੰਘ ਦੇ ਨਾਲ ਜਾ ਕੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਇੱਕ ਮਹਿਤਾਬ ਕੌਰ ਹੈ, ਮਾਪਿਆਂ ਨੇ ਵਿਆਹ ਦਿੱਤੀ, ਬਚਪਨ ਵਿੱਚ ਸ਼ਾਦੀ ਕਰ ਦਿੱਤੀ। ਬਾਲ ਵਿਆਹ ਹੁੰਦੇ ਸੀ ਉਦੋਂ, ਬਚਪਨ ਦੇ ਵਿੱਚ ਵਿਆਹ ਦਿੱਤੀ, ਬਚਪਨ 'ਚ ਵਿਆਹ ਕਰ ਦਿੱਤੇ ਜਾਂਦੇ। ਫਿਰ ਕਈ ਸਾਲਾਂ ਬਾਅਦ ਉਹਨੂੰ ਸਹੁਰੇ ਘਰ ਭੇਜਿਆ ਜਾਂਦਾ ਸੀ, ਵਿਆਹ ਪਹਿਲਾਂ ਹੋ ਜਾਂਦੇ ਸੀ। ਇਹ ਵਿਆਹੀ ਗਈ, ਜਿਹਦੇ ਨਾਲ ਵਿਆਹੀ ਸੀ ਉਹ ਮਰ ਗਿਆ, ਅਜੇ ਸਹੁਰੇ ਗਈ ਨਹੀਂ ਸੀ, ਸਹੁਰੇ ਪਰਿਵਾਰ ਅਜੇ ਗਈ ਨਹੀਂ ਸੀ, ਵਿਆਹੀ ਸੀ। ਉਹ ਚੜ੍ਹਾਈ ਕਰ ਗਿਆ, ਮਰ ਗਿਆ। ਜ਼ਿਮੀਂਦਾਰਾਂ ਦੇ ਘਰ ਦਾ ਇਹਦਾ ਜਨਮ ਸੀ, ਜ਼ਿਮੀਂਦਾਰਾਂ ਦੇ ਘਰ ਦਾ।
ਜਦੋਂ ਵਿਆਹੀ ਗਈ ਮਰ ਗਿਆ ਤੇ ਇਹਨੂੰ ਸਮਾਜ ਦੇ ਵਿੱਚੋਂ ਬੜੀਆਂ ਗੱਲਾਂ ਸੁਣਨੀਆਂ ਪੈ ਗਈਆਂ। ਇਹ ਮਾੜੇ ਭਾਗਾਂ ਵਾਲੀ ਹੈ, ਇਹ ਮਾੜੇ ਭਾਗਾਂ ਵਾਲੀ ਆ। ਵਿਆਹ ਹੋਇਆ ਸੀ, ਪਤੀ ਨੂੰ ਲੈ ਕੇ ਬਹਿ ਗਈ। ਇਦਾਂ ਦੀਆਂ ਲੋਕ ਗੱਲਾਂ ਕਰਦੇ ਆ ਤੇ ਬੜਾ ਔਖਾ ਹੋ ਜਾਂਦਾ ਸੀ ਫਿਰ ਉਹ ਬੱਚੀਆਂ ਨੂੰ ਜਿਉਂਦੇ ਰਹਿਣਾ ਸਮਾਜ ਵਿੱਚ ਗੱਲਾਂ ਸੁਣਨੀਆਂ। ਨਾਲੇ ਸਹੁਰੇ ਗਈ ਨਹੀਂ ਸੀ, ਅਜੇ ਪੇਕੇ ਹੀ ਸੀ, ਵਿਆਹ ਹੋਇਆ ਸੀ, ਅਜੇ ਲੈ ਕੇ ਨਹੀਂ ਸੀ ਗਏ। ਉਹ ਘਰ ਵਾਲਾ ਚੜਾਈ ਕਰ ਗਿਆ ਤੇ ਸਾਰਾ ਦੋਸ਼ ਇਹਦੇ ਮੱਥੇ ਤੇ ਮੜ ਦਿੱਤਾ ਗਿਆ, ਮਹਿਤਾਬ ਕੌਰ। ਫਿਰ ਉਸੇ ਪਿੰਡ ਦਾ ਇੱਕ ਸੇਠ ਸੀ ਸਿੱਬੂ ਮਲ, ਉਹਦੇ ਨਾਲ ਇਹਦਾ ਵਿਆਹ ਕਰ ਦਿੱਤਾ ਗਿਆ। ਉਹ ਸੀ ਹਿੰਦੂ ਘਰਾਣੇ ਦਾ, ਉਹ ਸੇਠ ਸੀ। ਉਹਦਾ ਪਹਿਲਾ ਵਿਆਹ ਹੋਇਆ ਸੀ, ਇੱਕ ਬੱਚਾ ਵੀ ਸੀ, ਦੂਜਾ ਇਹਦੇ ਨਾਲ ਵਿਆਹ ਕਰਾਇਆ। ਇਹ ਸਹੁਰੇ ਘਰ ਚਲੀ ਗਈ, ਪਰ ਮਾਪਿਆਂ ਦੀ ਸਿੱਖਿਆ ਇੰਨੀ ਦਿੱਤੀ ਸੀ ਵੀ ਉੱਥੇ ਜਾ ਕੇ ਇਹਨੇ ਕੋਈ ਗੱਲ ਉਹਨਾਂ ਦੇ ਖਿਲਾਫ ਨਹੀਂ ਕੀਤੀ ਵੀ ਮੈਂ ਸਿੱਖਾਂ ਦੇ ਘਰਾਂ ਚੋਂ ਆਈ ਹਾਂ, ਤੁਸੀਂ ਹਿੰਦੂ ਹੋ। ਨਹੀਂ, ਸਿਆਣੀ ਬੱਚੀ ਨੂੰ ਪਤਾ ਹੈ ਵੀ ਕਿਵੇਂ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਮੈਂ ਕਿਵੇਂ ਇਹਨਾਂ ਦੇ ਪਰਿਵਾਰ ਵਿੱਚ ਸੈਟਲ ਹੋਣਾ, ਕਿਵੇਂ ਇਹਨਾਂ ਦੇ ਮੁਤਾਬਕ ਢਲਣਾ। ਮਹਿਤਾਬ ਕੌਰ ਨੇ ਹਰ ਗੱਲ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਹੈਂਡਲ ਕੀਤਾ। ਉੱਥੇ ਜਾ ਕੇ ਬੜੀ ਸੋਹਣੇ ਤਰੀਕੇ ਦੇ ਨਾਲ ਇਹ ਪਰਿਵਾਰ ਦੇ ਵਿੱਚ, ਭਾਵੇਂ ਵਿਰੋਧਤਾ ਬੜੀ ਹੋਈ। ਹੁਣ ਜਿਹੜੀ ਦੂਸਰੀ ਘਰ ਵਾਲੀ ਸੀ ਸਿੱਬੂ ਮੱਲ ਦੇ ਪਹਿਲਾਂ ਵਾਲੀ, ਉਹ ਹਮੇਸ਼ਾ ਹੀ ਇਹਨੂੰ ਜਰ ਕੇ ਰਾਜੀ ਨਹੀਂ ਸੀ, ਜਰਦੀ ਨਹੀਂ ਸੀ। ਵਿਰੋਧਤਾ ਬੜੀ ਹੁੰਦੀ ਰਹੀ। ਫਿਰ ਸਮਾਂ ਪਾ ਕੇ ਹੁਣ ਜਦੋਂ ਕਹਿੰਦੇ 3 ਬੱਚੇ ਇਹਦੀ ਕੁੱਖ ਦੇ ਵਿੱਚ ਸਿੱਬੂ ਮੱਲ ਨੇ ਮਰਵਾ ਦਿੱਤੇ। 3 ਬੱਚੇ ਵਾਰੀ-ਵਾਰੀ, ਪਹਿਲਾਂ ਇੱਕ, ਫਿਰ ਦੂਸਰਾ, ਫਿਰ ਤੀਸਰਾ। ਉਹ ਕਹਿੰਦਾ ਮੈਨੂੰ ਬੱਚਾ ਨਹੀਂ ਚਾਹੀਦਾ। ਇਹ ਕਹਿੰਦੀ ਗੱਲ ਕੀ? ਉਹ ਕਹਿੰਦਾ ਗੱਲ ਇਹ ਆ ਵੀ ਤੂੰ ਹੈਗੀ ਸਿੱਖ ਪਰਿਵਾਰ ਵਿੱਚ, ਅਸੀਂ ਹੈਗੇ ਹਿੰਦੂ, ਤੇ ਮੈਨੂੰ ਬੱਚਾ ਨਹੀਂ ਚਾਹੀਦਾ। ਫਿਰ ਜਿਹੜਾ ਚੌਥਾ ਬੱਚਾ ਸੀ ਇਹ ਫਿਰ ਉਸ ਗੱਲ ਤੇ ਅੜ ਗਈ ਵੀ ਮੈਂ ਬੱਚੇ ਨੂੰ ਮਾਰਨ ਨਹੀਂ ਦੇਣਾ, ਮੈਂ ਆਪਣਾ ਬੱਚਾ ਨਹੀਂ ਖਤਮ ਕਰਨਾ। ਪਹਿਲਾਂ ਤਿੰਨ ਪਾਪਾਂ ਦੀ ਮੈਂ ਭਾਗੀਦਾਰ ਬਣ ਚੁੱਕੀ ਆ, ਇਹ ਚੌਥਾ ਨਹੀਂ ਮੈਂ ਕਰਨ ਦੇਣਾ। ਸਿੱਬੂ ਮੱਲ ਕਹਿੰਦਾ ਚੰਗਾ, ਇੱਕ ਸ਼ਰਤ ਹੈ। ਕਹਿੰਦੇ ਦੱਸ। ਸ਼ਰਤ ਇਹ ਹੈ ਵੀ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਤੇ ਇਹ ਹਿੰਦੂ ਹੋਵੇਗਾ, ਹਿੰਦੂ। ਕਹਿੰਦੇ ਠੀਕ ਹੈ। ਦੂਜੀ ਸ਼ਰਤ ਇਹ ਹੈ ਇਹ ਬੱਚੇ ਦਾ ਨਾਮ ਮੈਂ ਰੱਖਾਂਗਾ। ਕਹਿੰਦੀ ਇਹ ਵੀ ਠੀਕ ਹੈ, ਭਾਵੇਂ ਜੋ ਮਰਜ਼ੀ ਨਾਂ ਰੱਖਾਂ, ਇਹ ਮੈਂ ਨਾਂ ਰੱਖਣਾ। ਕਹਿੰਦੀ ਠੀਕ ਹੈ ਜੀ, ਤੇ ਲਿਖ ਕੇ ਦੇ ਮੈਨੂੰ, ਲਿਖ ਕੇ। ਇਹ ਸਾਰੀਆਂ ਗੱਲਾਂ ਲਿਖਾਈਆਂ ਸੀ ਸਿੱਬੂ ਮੱਲ ਨੇ ਮਹਿਤਾਬ ਕੌਰ ਤੋਂ ਵੀ ਇਹ ਸਾਰੀ ਉਮਰ ਹਿੰਦੂ ਰਹੇਗਾ। ਇਹ ਲਿਖ ਕੇ ਦੇ ਦਿੱਤਾ। ਪਰ ਬੱਚੇ ਨੂੰ ਬਚਾ ਲਿਆ, ਜਨਮ ਦਿੱਤਾ। ਬੱਚੇ ਦੇ ਜਨਮ ਤੋਂ ਬਾਅਦ ਇਹ ਸਿੱਬੂ ਮੱਲ ਨੇ ਉਹਦਾ ਨਾਮ ਰੱਖ ਦਿੱਤਾ ਰਾਮ ਜੀ ਦਾਸ। ਰਾਮ ਜੀ ਦਾਸ। ਰਾਮ ਜੀ ਦਾਸ ਨੂੰ ਪਾਲਿਆ, ਚੰਗੀ ਪਰਵਰਿਸ਼ ਦਿੱਤੀ। ਆਪ ਬੜੇ ਤਕੜੇ ਹੌਸਲੇ ਵਾਲੀ ਸੀ ਮਹਿਤਾਬ ਕੌਰ। ਸਮਾਜ ਦੇ ਲੋਕਾਂ ਦੀਆਂ ਗੱਲਾਂ ਸਹਿਣ ਕੀਤੀਆਂ। ਫਿਰ ਇੱਕ ਪਰਿਵਾਰ, ਇੱਕ ਛੱਤ ਦੇ ਥੱਲੇ, ਪਤੀ ਇੱਕ ਘਰ ਵਾਲੀਆਂ 2 ਨੇ ਉੱਥੇ ਰਹਿਣਾ। ਵੇਖੋ ਕਿੰਨਾ ਔਖਾ ਹੋ ਜਾਂਦਾ, ਇੱਕ ਦੂਜੇ ਨਾਲ ਸ਼ਰੀਕੇਬਾਜ਼ੀ। ਉੱਥੇ ਵੀ ਬੜੇ ਸੋਹਣੇ ਤਰੀਕੇ ਨਾਲ ਇਹਨੇ ਰਹਿਣਾ ਕੀਤਾ, ਜ਼ਿੰਦਗੀ ਬਸਰ ਕਰ ਰਹੀ ਹੈ। ਤੇ ਬੱਚੇ ਦਾ ਨਾਮ ਰੱਖਿਆ ਰਾਮ ਜੀ ਦਾਸ। ਮਾਂ ਨੇ ਹੁਣ ਰਾਮ ਜੀ ਦਾਸ ਨੂੰ ਗੋਦੀ 'ਚ ਬਿਠਾ ਕੇ ਇਹੋ ਜੀਆਂ ਗੱਲਾਂ ਸਿਖਾਣੀਆਂ ਜਿਉਂ-ਜਿਉਂ ਬੋਲਣ ਸਿੱਖਦਾ ਹੈ। ਮਾਂ ਦਾ ਇੱਥੇ ਬਹੁਤ ਅਹਿਮ ਰੋਲ ਹੈ। ਮੈਂ ਗੱਲ ਸ਼ੁਰੂ ਕੀਤੀ ਹੈ, ਆਨੰਦ ਭਇਆ ਮੇਰੀ ਮਾਏ। ਮਾਂ ਨੂੰ ਯਾਦ ਕੀ, ਮਾਂ ਬਾਰੇ ਬੜੇ ਸ਼ਬਦ ਬਾਣੀ ਵਿੱਚ ਆਉਂਦੇ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਮਾਂ ਨੂੰ ਮੁੱਖ ਰੱਖਿਆ ਕਿਉਂਕਿ ਮਾਂ ਦਾ ਬੜਾ ਅਹਿਮ ਰੋਲ ਹੈ। ਮਾਂ ਨੇ ਗੁਰਮਤਿ ਦੀ ਸਿੱਖਿਆ ਦਿੱਤੀ। ਨਾ ਭਾਵੇਂ ਰਾਮ ਜੀ ਦਾਸ ਰੱਖ ਲਿੱਤਾ, ਇਹਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਵੀ ਤੁਸੀਂ ਹਿੰਦੂਆਂ ਦਾ ਨਾਮ ਕਿਉਂ ਰੱਖਿਆ। ਕੋਈ ਗੱਲ ਨਹੀਂ, ਨਾਮ ਜਿਹੜਾ ਮਰਜੀ ਹੈ, ਮੇਰਾ ਪੁੱਤ ਭਗਤ ਬਣੇ, ਮੇਰੇ ਪੁੱਤਰ ਵਿੱਚ ਭਗਤੀ ਵਾਲਾ ਗੁਣ ਹੋਵੇ। ਤੇ ਰਾਮ ਜੀ ਦਾਸ ਹੈ ਵੀ ਭਗਤੀ ਵਾਲਾ ਸੀ ਬਚਪਨ ਤੋਂ ਹੀ। ਭਾਈ ਪ੍ਰਗਟ ਸਿੰਘ ਮੇਰੇ ਤੋਂ ਪਹਿਲਾਂ ਧਾਰਨਾ ਜਦੋਂ ਅਸੀਂ ਆਏ ਸੀ ਤੋਂ ਪੜ੍ਹ ਰਹੇ ਸੀ ਨਾ, ਆਪਾਂ ਵੀ ਪੜ੍ਹ ਲਈਏ।
बाबा फरीद जी की बाणी की पंक्ति है जिहड़ा आपां गुरु ग्रंथ साहिब महाराज दे विच वचन पढ़दे आ। दिल हो मोहब्बत जिन सेई सच्चिया जिन मन होर मुख होर से कांडे कच्चिया रत्ते इश्क खुदाए रंग दीदार के विसरिया जिन नाम से भोए पार थी आप लिए लड़ लाए दर दर वेश से तन धन जनेन दी माओ आए सफल जे आए सफल से उन्हां दी मां धन है जिहदे पुत्र दे विच गुण हन जिहदा पुत्र भगत है दानी है सूरमा है जिन्हें गुणी नहीं जम्मिया उन्होंने बाणी की कहती है कहते ने वो मां नूं बांझ रह जाना चाहिए जिन हर हिरदय नाम न वसियो तिन मात कीजै हर मांझा तिन सुन्नी दे फिरै बिन नावै वो खप खप मूए करांजा। कहते मां नूं बांझ रह जाना चाहिए पुत्र पैदा ही नहीं सी करना चाहिए। भगत पूर्ण सिंह नूं सिक्ख्या दित्ती पढ़ाया लिखाया खन्ने पढ़ते सी फिर स्कूल विच नाले स्कूल च पढ़ना नाले रेलवे स्टेशन ते जाके पानी पियाना पानी दी सेवा ये सुभाव सी शुरू तो ही दयालु सुभाव सेवा करन दी भावना उत्थे पानी पियाना। समा इदां दा भी आया घर दे विच गरीबी आ गई ते मां पुत फिर दोवें मैं बहुत विस्तार च नहीं क्योंकि संखेप मात्र बेनती समा बहुत हो चलिया ते भगत पूर्ण सिंह दा जीवन बहुत विशाल है घट्टो घट 2.5-3 घंटे लग जाते जे आपां सारी विचार करिए। हुण जिवें जिवें पढ़दे जांदे आ शरीर तौर ते वड्डे होए घरों इन्हां नूं कढ़ दिता गया सी मां लाहौर गई डेरा साहब भी इन्हां ने 16 साल सेवा की भगत पूर्ण सिंह ने 16 साल डेरा साहब आ नहीं जिहड़ा इधर है जिथे लोग तुरे हुए आ भूतां कढ़ाण वाले वो डेरा साहब लाहौर विच है वाहिगुरू पाकिस्तान विच है डेरा साहब 5वें पातशाह जी नूं जिथे शहीद किया गया शहीदी स्थान वो पाकिस्तान विच है डेरा साहब। ते एक दिन बचपन दे विच भगत पूर्ण सिंह ने राम जी दास ने फतेहगढ़ साहब गए सी जिवें सभा होंदी है ना सभा फतेहगढ़ साहब गए उत्थे संगतां बैठियां जाप करदियां गुरु ग्रंथ साहिब महाराज दी हजूरी विच पंडाल सजिया होया है राम जी दास भी बह गया जाके इहदे कोल एक चिट्टे कपड़े पाए सोहनी दस्तार बन्नी है नाल कई सेवादार ने वो भी आके दे कोल बह गए ओहदे वल ही वेखी जाए राम जी दास ओहदे वल वेखी जांदा इन्ना सोहना लग्या इहनूं कोल बैठा दस्तार वाला इहदे सिर ते केस है नहीं सी इहनूं बड़ा सोहना लगी जाए फिर ना कईयां नूं उत्थे किसे नूं पुछया कहंदे कौन ने ये कौन ने चिट्टे कपड़े सोहनी दस्तार बन्नी है कौन ने दसन वालियां ने दसिया राम जी दास नूं कहंदे पटियाले वाला महाराजा भुपिंदर सिंह है पटियाले वाला महाराजा भुपिंदर सिंह ते भुपिंदर सिंह दा एक नाल ओहदा सिपाही सी भुपिंदर सिंह दे एडीसी ओहदा बड़ा उच्चा लंबा कद काठ सोहना ओहदे वर्दी बहुत सोहनी पाई दाढ़ी केस दस्तार ओहदे वल वेख के इन्ना खुश अपनी मां नूं घरे आके दसिया मां मैं अज सिंह नूं वेख के आया ते मेरियां अखां दे सामने ओही बार-बार आई जांदा सरूप ते मेरा जी करदा है कि मैं भी सिंह बना मैं भी सिंह सजा मैं केस रखने आ मां कहंदी पुੱਤ ਵੱਡਾ हो के रख ली अजे तू पढ़ लिख लै मां ने पर प्यार सी केस रख ले राम जी दास ने केस ही नहीं रखे अमृत भी छक लिया जदों केस रख ले बंदा केसां तो बिना तो अधूरा ही है ना केसां तो बिना तो अधूरा ही है दाढ़ी केसां तो बिना जदों दाढ़ी रख ली केस रख ले फिर बन गया पूर्ण सिंह राम जी दास तो पूर्ण सिंह हुण पूरा हो गया पूर्ण हो गया पहला केस नहीं सी दाढ़ी नहीं सी हुण दाढ़ा रख लिया केस आ गए सिंह सज गया पूर्ण सिंह बन गया भगत पूर्ण सिंह दी मैं विचार कर रहा राम जी दास सी पहला नाम
डेरा साहब रहा उत्थे इन्होंने 16 साल भगत जी ने सेवा की, भगत पूर्ण सिंह जी ने 16 साल। उत्थों फिर मां नूं नाल लैके अमृतसर आ गए। अमृतसर जिथे आप अस्थान तुसीं दर्शन कीते होणगे, गुरुद्वारा छेहरटा साहब, छेहरटा साहब गुरुद्वारा है ना, उत्थे 6 हरट लगे हुए सी सतगुरु सच्चे पातशाह जी ने। छेहरटा साहब, वो छेहरटा साहब गुरुद्वारे दे बाहरले पासे इन्हां ने छपरी पा ली, भगत पूर्ण सिंह ने छपरी पा ली। ते उदों ये 1947 का जिक्र है, 1947 जदों वंड हुई सी, ते उदों भगत पूर्ण सिंह दी मां हुण बहुत ज्यादा बीमार हो गई, प्लेग की बीमारी उस वेले भी फैली सी। भगत पूर्ण सिंह दी मां बीमार हो गई, अपनी मां दे कोल बैठा है, हथ इदां मां दा हथ इदां हत्थां 'च फड़िया होया, अपनी मां नूं बहुत प्रेम करदा सी। भगत पूर्ण सिंह जी मां नूं बड़ा प्रेम करदे सी। अपनी मां दे कोले बैठे, मां कहंदी पुत्रा मेरे मन ते एक बहुत वड्डा बोझ बनया होया, बहुत वड्डा बोझ बनया होया। गल सुन लिओ ध्यान नाल, मां बोझ बनया होया, गल सुन लिओ ध्यान नाल। मां कहंदी है पुत्त मेरे दिमाग एक कखां दी छपड़ी 'च रहिंदे ने, अंतां दी अमीरी सी, अंतां दी गरीबी आ गई। कखां दी छपरी दे विच मां नूं इदां मां दे सराणे बैठा हथ फड़िया होया। मां कहंदी पुत्रा मेरे दिल ते बहुत वड्डा बोझ है। माता दस केड़ा बोझ है? माता दसो की बोझ है तुहाडे ते? बेटा मेरे अखां दे सामने मेरे बार बार वो सीन आ जाता है कि मैं 3 बच्चियां दा कतल कीता है, 3 बच्चे मैं कतल कीते ने, चौथा तू बचिया सी, वो भी मैं अपने बहुत जद्दोजहद नाल तैनूं बचाया है। ते जेड़े 3 पहला मैं मार चुकी हां कुख विच, ते हुण मैं संसार तो जा रही हां, पता नहीं मैं उन्हां दा हिसाब किताब किवें देवांगी। मेरे दिमाग ते मेरे दिल ते बहुत वड्डा बोझ है। भगत पूर्ण सिंह ने आख्या मां इहदे विच तेरा की दोष है? ते ये सारा दोष तो मेरे पिता जी दा, मेरे पिता दा दोष है, उन्हें मारे ने, तुसीं नहीं मारे। कहंदी ना बेटा मैनूं लगदा भी मैं बहुत वड्डी दोषी हां, मेरी कुख च मरे ने तिन्ने, मैं भी बहुत वड्डी भागीदार हां। तो मैनूं लोग तैनूं लोक लाणता पाया करनगे ते मैनूं क्या करनगे किहो जी निमाणी मां सी, मैनूं लोक लाणता पाया करनगे जदों तैनूं ना मैं तेरा कोई चंगा जीवन बना सकी हां पुत्रा, ना मैं तैनूं घर दे सकी हां बना के। आ छपरी च रहेगा, लोक तेरे वल वेख के मैनूं लाणता पाया करनगे, मैनूं लाणता पैणगियां। भगत पूर्ण सिंह ने अपनी मां दा हत्थ इदां हत्थां विच फड़िया, अपनी मां नूं कहंदे आ भगत पूर्ण सिंह माता जी तुसीं मैनूं चंगी परवरिश कीती है, ठीक है, मैनूं घर नहीं मिलिया, मैनूं परवरिश कीती है मेरी, तुसीं मैनूं पालिया है, मैनूं चंगे संस्कार दिते है। माता जेड़े तू सुपने अधूरे लैके चली है ना, तेरे सुपने अधूरे रह के मैं साकार करांगा। मैं आप विआह नहीं कराउणा, मैं लोकां दे बच्चियां नूं अपने बच्चे बना के पालांगा, ते लोक तैनूं लाणता नहीं, लोक तैनूं धन धन कहा करनगे, तैनूं धन धन कहा करनगे, तैनूं लाणता नहीं पाउणगे। मैं इस तरीके दे नाल माता समाज दी सेवा करांगा। ये बचन भगत पूर्ण सिंह ने अपनी मां नाल कीता, ते भगत पूर्ण सिंह दी माता चढ़ाई कर गई। इन्ना ज्यादा बहुत ज्यादा प्रेम करता सी, ते बड़े 4 साल बड़े मुश्किल नाल लंघाए। मां तो बिना दिल नहीं सी लगता, क्योंकि सारी दुनिया हुण मां ही सी, होर कोई है ही नहीं सी। मां नूं बड़ा प्रेम करता सी। 4 साल बड़े औखे लंघे मां तो बिना। कई इदां दे गुरमुख प्यारे हुंदे ने, एक नूं ना किसी नूं साह दी बीमारी हो गई, साह दी दमे दी साह दी बीमारी हो गई, ते ओनूं पुछदे आ, कहंदे ओए तैनूं साह ये बीमारी किवें लगी?
ਉਹ ਕਹਿੰਦਾ ਜੀ ਬਿਮਾਰੀ ਕਿੰਨੀ ਕੁ ਤਕਲੀਫ ਹੁੰਦੀ ਹੈ? ਕਹਿੰਦਾ ਤਕਲੀਫ ਬਹੁਤ ਹੁੰਦੀ ਹੈ। ਕਹਿੰਦਾ ਤਕਲੀਫ ਤੇ ਬਹੁਤ ਹੁੰਦੀ ਹੈ, ਪਰ ਇੱਕ ਗੱਲ ਦਾ ਕਹਿੰਦਾ ਮੈਨੂੰ ਖੁਸ਼ੀ ਵੀ ਬਹੁਤ ਆ। ਕਿਉਂ? ਕਹਿੰਦਾ ਇਹ ਦਮੇ ਦੀ ਬਿਮਾਰੀ, ਇਹ ਸਾਹ ਦੀ ਬਿਮਾਰੀ ਮੇਰੀ ਮਾਂ ਨੂੰ ਹੁੰਦੀ ਸੀ, ਮੇਰੀ ਮਾਂ ਨੂੰ। ਉਹ ਕਹਿੰਦੇ ਇਹਦੇ ਵਿੱਚ ਖੁਸ਼ੀ ਵਾਲੀ ਕਿਹੜੀ ਗੱਲ ਹੈ? ਤੇਰੀ ਮਾਂ ਨੂੰ ਸੀ, ਹੁਣ ਤੈਨੂੰ ਹੋ ਗਈ, ਇਹ 'ਚ ਖੁਸ਼ੀ ਵਾਲੀ ਗੱਲ ਕਿਹੜੀ ਗੱਲ ਹੈ? ਕਹਿੰਦਾ ਮੇਰੀ ਮਾਂ ਚਲੀ ਗਈ, ਜਦੋਂ ਮੈਨੂੰ ਸਾਹ ਆਉਂਦਾ ਨਾ, ਜਦੋਂ ਮੈਨੂੰ ਇਹ ਬਿਮਾਰੀ ਤੰਗ ਕਰਦੀ ਹੈ, ਉਦੋਂ ਮੇਰੀ ਮਾਂ ਯਾਦ ਆ ਜਾਂਦੀ ਹੈ। ਇਹ ਬਿਮਾਰੀ ਵੀ ਚੰਗੀ ਲੱਗਦੀ ਹੈ ਜਿਹੜੀ ਮੇਰੀ ਮਾਂ ਨੂੰ ਤਾਂ ਯਾਦ ਕਰਾ ਦਿੰਦੀ ਹੈ। ਇੰਨਾ ਪਿਆਰ ਬੱਚੇ ਮਾਂ ਨਾਲ ਕਰਦੇ ਆ, ਇੰਨਾ ਪਿਆਰ, ਕਿਉਂਕਿ ਰਿਸ਼ਤਾ ਹੀ ਇਦਾਂ ਦਾ ਭਾਈ, ਇਹ ਰਿਸ਼ਤਾ ਹੀ ਇਦਾਂ ਦਾ ਹੈ। ਅੰਦਰੂਨੀ ਸਾਂਝ ਹੁੰਦੀ ਹੈ, ਅੰਦਰੂਨੀ। 9 ਮਹੀਨੇ ਕੁੱਖ 'ਚ ਰਹੇ ਆ ਮਾਂ ਦੇ, 9 ਮਹੀਨੇ, ਤੇ ਦੇਣ ਨਹੀਂ ਦੇ ਸਕਦੇ। ਫਿਰ 4 ਸਾਲਾਂ ਤੋਂ ਬਾਅਦ ਇਹ ਡੇਰਾ ਸਾਹਿਬ ਚਲੇ ਗਏ। ਉੱਥੇ ਡੇਰਾ ਸਾਹਿਬ ਦੇ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਇੱਕ 4 ਸਾਲ ਦਾ ਬੱਚਾ ਛੱਡ ਗਿਆ ਕੋਈ, ਜਿਹੜਾ ਨਾ ਬੋਲਦਾ ਹੈ, ਨਾ ਖਾਂਦਾ ਹੈ, ਨਾ ਪੀਂਦਾ ਹੈ, ਨਾ ਹੱਥ ਕੰਮ ਕਰਦੇ ਆ, ਨਾ ਲੱਤਾਂ ਕੰਮ ਕਰਦੀਆਂ ਨੇ। ਇਹ ਜਦੋਂ ਬਾਹਰ ਆ ਰਹੇ ਸੀ ਗੁਰਦੁਆਰਾ ਸਾਹਿਬ ਤੋਂ, ਬਾਹਰ ਆ ਕੇ ਵੇਖਿਆ, ਆ ਕੇ ਉਹਨਾਂ ਨੇ ਵੇਖਿਆ ਵੀ ਇੱਕ ਬੱਚਾ ਹੈ, ਰੋ ਰਿਹਾ ਹੈ। ਭਗਤ ਜੀ ਨੇ ਉਹਨੂੰ ਚੁੱਕ ਲਿਆ। ਉਹਨੂੰ ਦੁੱਧ ਦੀ ਲੋੜ ਸੀ, ਕਿਥੋਂ ਲੰਗਰ ਵਿੱਚ ਦੁੱਧ ਗਰਮ ਕਰਾ ਕੇ ਠੰਡਾ ਕਰਕੇ ਬੱਚੇ ਨੂੰ ਦੁੱਧ ਪਿਆਇਆ। ਚੁੱਪ ਕਰ ਗਿਆ, 4 ਸਾਲ ਦਾ ਸੀ। ਨਾਲੇ ਚੁੱਪ ਕਰ ਗਿਆ, ਨਾਲੇ ਹੱਸੀ ਜਾਏ। ਆਸੇ ਪਾਸੇ ਭਾਲ ਕੀਤੀ, ਕਿਸੇ ਦਾ ਉਹ ਬੱਚਾ ਨਹੀਂ ਸੀ ਤੇ ਕੋਈ ਛੱਡ ਗਿਆ ਸੀ ਉੱਥੇ। ਕੋਈ ਉਹ ਬੱਚੇ ਨੂੰ ਸੰਭਾਲਣ ਨੂੰ ਤਿਆਰ ਨਹੀਂ ਸੀ। ਕਮੇਟੀ ਵਾਲਿਆਂ ਨੂੰ ਕਿਹਾ, ਉਹਨਾਂ ਨੇ ਕੁਝ ਦਿਨ ਗੁਰਦੁਆਰਾ ਸਾਹਿਬ ਰੱਖਿਆ। ਕਹਿੰਦੇ ਆਪਾਂ ਨਹੀਂ ਰੱਖ ਸਕਦੇ ਬੱਚੇ ਨੂੰ, ਇਹਨੂੰ ਕਿਸੇ ਨੂੰ ਦੇ ਦਿਓ। ਫਿਰ ਭਗਤ ਪੂਰਨ ਸਿੰਘ ਨੇ ਝੋਲੀ ਕਰ ਲਈ ਸੀ, ਕਹਿੰਦੇ ਮੇਰੀ ਝੋਲੀ 'ਚ ਪਾ ਦਿਓ, ਮੈਂ ਸੰਭਾਲਾਂਗਾ, ਮੈਨੂੰ ਦੇ ਦਿਓ ਇਹ ਬੱਚਾ। ਭਗਤ ਪੂਰਨ ਸਿੰਘ ਜੀ ਦੀ ਅਰਦਾਸ ਕਰ ਦਿੱਤੀ ਗਈ। ਉਹ ਬੱਚੇ ਨੂੰ ਭਗਤ ਪੂਰਨ ਸਿੰਘ ਨੇ ਗੋਦ ਪਾ ਲਿਆ, ਆਪਣਾ ਆਪ ਲੈ ਲਿਆ, ਆਪਣਾ ਆਪ ਲੈ ਲਿਆ। ਉਹਦਾ ਨਾਮ ਰੱਖਿਆ ਗਿਆ ਸੀ ਪਿਆਰਾ ਸਿੰਘ। ਤੁਸੀਂ ਭਗਤ ਪੂਰਨ ਸਿੰਘ ਦੀਆਂ ਕਿਤਾਬਾਂ ਪੜ੍ਹੋ, ਉਹਨਾਂ ਦੀ ਜੀਵਨੀ। ਪਿਆਰਾ ਸਿੰਘ ਨੂੰ ਸਾਰੀ ਉਮਰ ਨਾਲ ਰੱਖਿਆ, ਪਿਆਰਾ ਸਿੰਘ ਨੂੰ। ਤੇ ਜਿਹੜਾ ਪਿਆਰ ਆਪਣੀ ਮਾਂ ਦੇ ਵਿੱਚੋਂ ਲੱਭਦਾ ਸੀ, ਉਹੀ ਪਿਆਰ ਉਹਨੂੰ ਆਪਣੇ ਪਿਆਰਾ ਸਿੰਘ ਦੇ ਵਿੱਚੋਂ ਮਿਲਿਆ ਕਰੇ। ਉਨਾ ਹੀ ਪਿਆਰ ਉਹ ਪਿਆਰਾ ਸਿੰਘ ਨੂੰ ਕਰਦਾ ਜਿੰਨੀ ਆਪਣੀ ਮਾਂ ਨੂੰ ਪਿਆਰ ਕਰਦਾ ਸੀ। ਉਹਨੂੰ ਪਾਲਿਆ ਆਪ, ਵੱਡਾ ਵੀ ਹੋ ਗਿਆ ਸਰੀਰਕ ਤੌਰ ਤੇ। ਪਿਆਰਾ ਸਿੰਘ ਤੁਰਦਾ ਫਿਰਦਾ ਤੇ ਹੈ ਨਹੀਂ ਸੀ, ਨਾ ਹੱਥ ਕੰਮ ਕਰਦੇ ਸੀ, ਨਾ ਲੱਤਾਂ ਕੰਮ ਕਰਦੀਆਂ ਸੀ, ਨਾ ਬੋਲ ਸਕਦਾ ਸੀ, ਨਾ ਸੁਣਦਾ ਹੀ ਸੀ, ਪਰ ਪ੍ਰੇਮ ਦੀ ਭਾਸ਼ਾ ਸਮਝਦਾ ਸੀ, ਇਕੱਲੀ ਪ੍ਰੇਮ ਦੀ। ਤੇ ਭਗਤ ਪੂਰਨ ਸਿੰਘ 4-4 ਕਿਲੋਮੀਟਰ ਤੱਕ ਉਹ ਪਿਆਰੇ ਨੂੰ, ਜੇ ਕਿਸੇ ਨੂੰ ਮੰਨ ਲਓ ਇੱਕ ਨੂੰ ਕਿਰਾਇਆ ਚਾਹੀਦਾ ਸੀ, ਕਹਿੰਦਾ ਮੈਂ ਯੂਪੀ ਚੋਂ ਆਇਆ, ਮੈਂ ਵਾਪਸ ਜਾਣਾ, ਮੇਰੀ ਜੇਬ ਕੱਟੀ ਗਈ। ਭਗਤ ਪੂਰਨ ਸਿੰਘ ਜੀ ਕਹਿੰਦੇ ਮੈਂ ਤੈਨੂੰ ਕਿਰਾਏ ਦਾ ਇੰਤਜ਼ਾਮ ਕਰਕੇ ਦਿੰਦਾ। ਇਹਨਾਂ ਨੂੰ ਪਤਾ ਸੀ ਵੀ ਫਲਾਣਾ ਬੰਦਾ ਇਦਾਂ ਦੀ ਮਦਦ ਕਰ ਦਿੰਦਾ ਹੈ। 4 ਕਿਲੋਮੀਟਰ ਪਿਆਰਾ ਸਿੰਘ ਨੂੰ ਗੋਦੀ ਚੁੱਕ ਕੇ, ਏਡੇ ਵੱਡੇ ਨੂੰ 4 ਕਿਲੋਮੀਟਰ ਲੈ ਕੇ ਗਏ ਤੇ ਉੱਥੇ ਜਾ ਕੇ ਉਹ ਤੋਂ ਪੈਸੇ ਮੰਗ ਕੇ ਉਹ ਲੋੜਵੰਦ ਨੂੰ ਲਿਆ ਕੇ ਦਿੱਤੇ ਵੀ ਲੈ ਹੁਣ ਤੂੰ ਗੱਡੀ 'ਚ ਚੜ ਜਾ ਤੇ ਆਪਦੇ ਘਰ ਚਲਾ ਜਾ। 4-4 5-5 ਕਿਲੋਮੀਟਰ ਇਦਾਂ ਉਹਨੂੰ ਨਾਲ ਹੀ ਚੁੱਕੀ ਫਿਰਦੇ ਸੀ ਗੋਦੀ। ਇਹ ਪਹਿਲਾ ਸ਼ਖਸ ਹੈ ਭਗਤ ਪੂਰਨ ਸਿੰਘ ਜੀ ਜ਼ਿੰਦਗੀ ਵਿੱਚ, ਇਹ ਪਹਿਲਾ ਬੱਚਾ ਹੈ ਪਿਆਰਾ ਸਿੰਘ ਜੀ ਦੀ ਪਰਵਰਿਸ਼ ਕੀਤੀ। ਇਸ ਤੋਂ ਬਾਅਦ ਜਿਹੜਾ ਬੱਚਾ ਹੋਣਾ, ਜਿਹੜੀ ਬੱਚੀ ਜਿਹਨੂੰ ਮਾਪੇ ਨਹੀਂ ਸੀ ਸਾਂਭਦੇ, ਉਹਨੂੰ ਫਿਰ ਭਗਤ ਪੂਰਨ ਸਿੰਘ ਨੇ ਸੰਭਾਲਣਾ, ਉਹਦੀ ਸੇਵਾ ਆਪ ਕਰਿਆ ਕਰਦਾ ਸੀ। ਇਹਨੂੰ ਕਹਿੰਦੇ ਨੇ ਪਰਉਪਕਾਰੀ, ਪਰਉਪਕਾਰ ਦੀ ਜ਼ਿੰਦਗੀ। ਇਹੋ ਜਿਹੇ ਪਰਉਪਕਾਰ, ਬਹੁਤ ਵੱਡਾ ਗਿਆਨ ਸੀ, ਗਿਆਨ ਦਾ ਭੰਡਾਰ ਸੀ ਭਗਤ ਪੂਰਨ ਸਿੰਘ ਜੀ ਦੇ ਕੋਲ। ਐਡੇ ਵੱਡੇ ਗਿਆਨਵਾਨ ਤੇ ਵੱਡੇ ਵੱਡਿਆਂ ਦੀ ਬੋਲਤੀ ਬੰਦ ਕਰ ਦਿੰਦੇ ਸੀ। ਕਈ ਕਹਿ ਦਿੰਦਾ ਨਾ, ਜਦੋਂ ਭਗਤ ਪੂਰਨ ਸਿੰਘ ਨੇ ਮੰਗਣ ਵਾਸਤੇ ਜਾਣਾ, ਕਿਉਂਕਿ ਬੜੀ ਵੱਡੀ ਪੱਧਰ ਤੇ ਸੰਭਾਲ ਹੋਣ ਲੱਗ ਪਈ ਸੀ, ਲੋੜਵੰਦਾਂ ਦੀ ਸੰਭਾਲਿਆ ਜਾਂਦਾ ਸੀ, ਜਿਹਨੂੰ ਕੋਈ ਨਹੀਂ ਸੀ ਸੰਭਾਲਦਾ। ਪਿੰਗਲਵਾੜਾ ਸ਼ੁਰੂ ਹੋਇਆ, ਪਿੰਗਲਵਾੜਾ ਮੰਗਣ ਜਾਣਾ, ਰੋੜੇ ਇਕੱਠੇ ਕਰ ਲੈਣੇ, ਰੋੜੇ ਇਕੱਠੇ ਕਰਕੇ ਰਸਤੇ ਦੇ ਵਿੱਚ ਉਹ ਲਿਆ ਕੇ ਰੱਖ ਲੈਣੇ, ਪਿੰਗਲਵਾੜਾ ਵੀ ਆਸ਼ਰਮ ਬਣਾਵਾਂਗੇ। ਤੇ ਭਗਤ ਪੂਰਨ ਸਿੰਘ ਨੂੰ ਕਈ ਕਹਿੰਦੇ ਓਏ ਮੰਗਿਆ ਨਾ ਕਰ, ਮੰਗਣਾ ਸਿੱਖ ਦੀ, ਇਹ ਸਿੱਖ ਨੂੰ ਮੰਗਣਾ ਨਹੀਂ ਸਿਖਾਇਆ। ਭਗਤ ਪੂਰਨ ਸਿੰਘ ਨੇ ਜਵਾਬ ਦੇਣਾ, ਜਿੱਦਣ ਪੂਰਨ ਸਿੰਘ ਨੇ ਆਪਣੇ ਵਾਸਤੇ ਮੰਗਿਆ ਉਹਦੇ ਨਾਂ ਦਿਓ। ਅੱਜ ਪੂਰਨ ਸਿੰਘ ਉਹਨਾਂ ਲਈ ਮੰਗਦਾ ਹੈ ਜਿਹੜੇ ਲੋਕਾਂ ਨੇ ਜੰਮ ਕੇ ਤੇ ਇਦਾਂ ਛੱਡ ਦਿੱਤੇ ਆ, ਜਿਨ੍ਹਾਂ ਦੀ ਸੰਭਾਲ ਨਹੀਂ ਕੋਈ ਕਰਦਾ। ਉਹਨਾਂ ਵਾਸਤੇ ਪੂਰਨ ਸਿੰਘ ਸਦਾ ਹੀ ਮੰਗਤਾ ਬਣਿਆ ਰਹੇਗਾ। ਇਦਾਂ ਉਹਨਾਂ ਨੇ ਜਵਾਬ ਦੇਣਾ।
ਫਿਰ ਇੰਨੀ ਵੱਡੀ ਪੱਧਰ ਤੇ ਉਹਨਾਂ ਦਾ ਸਹਿਯੋਗ ਹੋਇਆ, ਕਿਉਂਕਿ ਭਾਵਨਾ ਦਿਲੋਂ ਹੋਵੇ ਸੇਵਾ ਕਰਨ ਦੀ ਤੇ ਸੰਗਤ ਕੋਈ ਕਸਰ ਥੋੜਾ ਛੱਡਦੀ, ਪਰ ਸੇਵਾ ਦੇ ਪਿੱਛੇ ਸਵਾਰਥ ਨਾ ਹੋਵੇ, ਦਿਲੋਂ ਤੁਰੇ, ਦਿਲੋਂ। ਸੰਗਤਾਂ ਕੋਈ ਕਸਰ ਨਹੀਂ ਛੱਡਦੇ, ਕੋਈ ਕਮੀ ਨਹੀਂ ਰਹਿਣ ਦਿੰਦੇ। ਇਦਾਂ ਦੇ ਗੁਰਸਿੱਖ ਨੇ। ਭਗਤ ਪੂਰਨ ਸਿੰਘ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਪਦਮ ਸ਼੍ਰੀ ਜਿਹੜਾ ਰਾਸ਼ਟਰਪਤੀ ਤੋਂ ਮਿਲਦਾ, ਉਹ ਸਨਮਾਨਿਤ ਮਿਲਿਆ, ਸਨਮਾਨ ਦਿੱਤਾ ਗਿਆ, ਸਨਮਾਨਿਤ ਕੀਤਾ ਗਿਆ ਭਗਤ ਪੂਰਨ ਸਿੰਘ ਨੂੰ। ਸਨਮਾਨ ਮਿਲਿਆ ਸੀ 80 ਵਿੱਚ, ਸਨ 1980 ਚ ਸਨਮਾਨ ਮਿਲਿਆ ਸੀ। ਉਦੋਂ ਭਗਤ ਪੂਰਨ ਸਿੰਘ ਜੀ 76 ਸਾਲ ਦੀ ਉਮਰ ਦੇ ਸਨ, ਕਿਉਂਕਿ 4 ਜੂਨ 1904 ਦਾ ਜਨਮ ਹੈ ਭਗਤ ਪੂਰਨ ਸਿੰਘ ਜੀ ਦਾ। 1980 ਦੇ ਵਿੱਚ ਪਦਮ ਸ਼੍ਰੀ ਅਵਾਰਡ ਮਿਲਦਾ ਹੈ ਤੇ 84 ਦੇ ਵਿੱਚ ਅਟੈਕ ਹੁੰਦਾ ਹਰਮੰਦਰ ਸਾਹਿਬ ਤੇ, ਅਕਾਲ ਤਖਤ ਸਾਹਿਬ ਤੇ 84 ਚ ਅਟੈਕ ਹੋਇਆ। ਇਸ ਗੱਲ ਦੀ ਇੰਨੀ ਨਖੇਦੀ ਭਗਤ ਪੂਰਨ ਸਿੰਘ ਜੀ ਨੇ ਕੀਤੀ, ਜਿਹੜਾ ਪਦਮ ਸ਼੍ਰੀ ਦਾ ਅਵਾਰਡ ਮਿਲਿਆ ਸੀ, ਅਵਾਰਡ ਵੀ ਮੋੜਤਾ ਸਰਕਾਰ ਨੂੰ ਵੀ ਤੁਹਾਡੇ ਇਹ ਖੂਨ ਨਾਲ ਰੰਗੇ ਹੋਏ ਹੱਥਾਂ ਤੋਂ ਅਸੀਂ ਅਵਾਰਡ ਨਹੀਂ ਲੈਣਾ, ਸਾਨੂੰ ਕੋਈ ਲੋੜ ਨਹੀਂ ਤੁਹਾਡੇ ਅਵਾਰਡਾਂ ਦੀ, ਤੁਹਾਡੇ ਅਵਾਰਡਾਂ ਤੋਂ ਅਸੀਂ ਇਦਾਂ ਹੀ ਚੰਗੇ ਆ, ਸਾਨੂੰ ਤੁਹਾਡੇ ਸਨਮਾਨ ਦੀ ਲੋੜ ਨਹੀਂ। ਇੰਨੇ ਵਿਦੋਸ਼ੀਆਂ ਦਾ ਖੂਨ ਡੋਲਿਆ, ਇੰਨਾ ਕਤਲੇਆਮ। ਫਿਰ ਇਦਾਂ ਹੀ ਭਗਤ ਪੂਰਨ ਸਿੰਘ ਨੂੰ ਫਿਰ ਕਈ ਬੰਦੇ ਇਦਾਂ ਦੇ ਸਰਕਾਰ ਦੀਆਂ ਏਜੰਸੀਆਂ ਨੇ ਵਿੱਚ ਵਾੜ ਦਿੱਤੇ ਸੀ, ਏਜੰਸੀਆਂ ਨੇ ਭਗਤ ਪੂਰਨ ਸਿੰਘ ਨੂੰ ਪਿੰਗਲਵਾੜੇ ਚੋਂ ਕਢਾ ਦਿੱਤਾ ਗਿਆ ਸੀ, ਪਰ ਸੰਗਤਾਂ ਨੇ ਨਾਲ ਖਲੋ ਕੇ ਉਹਨਾਂ ਨੂੰ ਦੁਬਾਰਾ ਫਿਰ ਪਿੰਗਲਵਾੜੇ ਦੇ ਜੋ ਹੈ ਮੋਹਰੀ ਬਣਾਇਆ ਗਿਆ, ਕਿਉਂਕਿ ਵਿਰੋਧਤਾ ਵੀ ਕਰਦੇ ਜੀ ਤੁਸੀਂ ਦੁਨੀਆ ਦੇ ਵਾਸਤੇ ਭਾਵੇਂ ਮਿੱਟੀ ਵੀ ਬਣ ਜਾਓ ਨਾ ਤੁਸੀਂ, ਤਾਂ ਵੀ ਲੋਕੀ ਤੁਹਾਡੀ ਵਿਰੋਧਤਾ ਜ਼ਰੂਰ ਕਰਨਗੇ। ਸੱਚ ਦੀ ਵਿਰੋਧਤਾ ਹੁੰਦੀ ਆਈ ਹੈ। ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਝੂਠਿਆਂ ਨੂੰ ਅੱਗ ਲੱਗ ਜਾਂਦੀ। ਤੇ ਮੈਂ ਹੁਣ ਸਮਾਪਤੀ ਕਰਾਂ।